बहुत स्वागत है सारे विद्यार्थियों का। एक बार फिर हाजिर हाँ जसमीत भाटिया जी के नाल। जसमीत भाटिया जी भी मेरे नाल मौजूद ने। सत श्री अकाल जसमीत जी, बहुत बहुत स्वागत है। सत श्री अकाल सर, सत श्री अकाल। सो कनेडा तो बहुत कुछ 10 अगस्त ते दारोमदार है। 10 अगस्त ਨੂੰ कनेडा की करेगा, पंजाब च भंगड़े पैणगे या स्टूडेंट ने ਜਿਹੜੇ ਉਹ अफसोस प्रगट करनगे कि कनेडा ने उन्नी रिलैक्सेशन नहीं ਦਿੱਤੀ जिन्नी उम्मीद सी। पर हाले भी 10 अगस्त तक उम्मीद ये है कि कनेडा काफ़ी ज़्यादा रिलैक्स होएगा, क्योंकि पिछले समय दरमियान कनेडा ਦੇ ਵਿੱਚ ਜਿਹੜਾ स्टूडेंट्स तो फीसिस के जरिए या एप्लीकेशन फीसिस के जरिए जी इनकम सी किते ना किते घटी है, क्योंकि आस्ट्रेलिया काफ़ी लिबरल रहा। बहुत सारे साडे स्टूडेंट आस्ट्रेलिया में अपलाई हुए, यूके में बहुत ज़्यादा स्टूडेंट अपलाई हुए, कनेडा कुछ स्टूडेंट्स की एप्लीकेशन घट सी। कि कनेडा ये चाहता है कि वध तो वध स्टूडेंट कनेडा नूं अपलाई करन, क्योंकि मैं ये देखदा कि जदों कोई भी व्यक्ति कनेडा च अपलाई करता है, अगर वो रिफ्यूजल भी आ जाती है तो वो दोबारा फाइल ला सकता है। आस्ट्रेलिया च जिहा बहुत घट है। ਇਹਦਾ मतलब है कि जदों वो विद्यार्थी ਜਿਹੜੇ 1 ਚ 5.5 वाले सी, ਜਿਹੜੇ कनेडा फाइल लानी लगभग बंद कर गए सी, वो सारा रश आस्ट्रेलिया और यूके चला गया। किते ना किते ਉਹਦਾ नुकसान भी कनेडा ਨੂੰ ਰੈਵਨਿਊ ਦੇ ਰੂਪ ਦੇ ਵਿੱਚ ਹੋਇਆ, जो मैं सोचदा एज ए जर्नलिस्ट। ਮੈਨੂੰ ਇਹ ਲੱਗਦਾ ਵੀ ਹੁਣ ਕੈਨੇਡਾ ਇਹ ਚਾਹੁੰਦਾ ਹੈ ਕਿ ਉਹ ਬੱਚੇ ਜਿਹੜੇ 5.5 ਨਾਲ यूके और ਆਸਟ੍ਰੇਲੀਆ ਜਾ ਰਹੇ ਸੀ ਉਹ ਕੈਨੇਡਾ ਆ ਜਾਣ। ਹੁਣ ਕੈਨੇਡਾ 'ਚ ਅਪਲਾਈ ਕਰਨ ਤੋਂ ਬਾਅਦ 5.5 ਨਾਲ ਅਗਰ ਰਿਫਿਊਜ਼ਲ ਵੀ ਆਏਗੀ ਤੇ ਉਹ ਸਟੂਡੈਂਟ ਆਸਟ੍ਰੇਲੀਆ ਲਈ ਕਿਤੇ ਨਾ ਕਿਤੇ ਐਲੀਜੀਬਲ ਨਹੀਂ ਰਹੇਗਾ, ਕਿਉਂਕਿ ਉਹਦਾ ਗੈਪ ਆ ਜਾਏਗਾ। ਕੈਨੇਡਾ ਦਾ ਅਗਰ ਇੱਕ ਵਾਰ ਰਿਫਿਊਜ਼ਲ ਆਉਂਦੀ ਹੈ ਤੇ ਸਟੂਡੈਂਟ ਫਿਰ ਟਰਾਈ ਕਰਦਾ ਹੈ। ਸੋ ਇਹਦਾ ਮਤਲਬ ਹੈ ਕਿ 5 6 7 ਮਹੀਨੇ ਜਦੋਂ ਕੋਈ ਸਟੂਡੈਂਟ ਕੈਨੇਡਾ ਦੇ ਨਾਲ ਪ੍ਰੋਸੈਸ 'ਚ ਰਹਿੰਦਾ ਹੈ, ਉਹ ਹੋਰ ਕਿਸੇ ਪਾਸੇ ਅਪਲਾਈ ਨਹੀਂ ਕਰਦਾ। ਇਨ ਦਾ ਮੀਨ ਟਾਈਮ ਸਟੂਡੈਂਟ ਵੀ ਸਮਝ ਜਾਂਦੇ ਨੇ ਕਿ ਅਸੀਂ 5.5 ਨੂੰ ਇੰਪਰੂਵ ਕਰੀਏ। ਬਹੁਤੇ ਸਟੂਡੈਂਟ 1 ਤੋਂ 5.5 ਵਾਲੇ 6 ਹੋ ਜਾਂਦੇ ਨੇ ਤੇ ਫਿਰ ਉਹ ਕੈਨੇਡਾ ਚਲੇ ਜਾਂਦੇ ਨੇ, ਉਹਨਾਂ ਦਾ ਵੀਜ਼ਾ ਅਪਰੂਵ ਹੋ ਜਾਂਦਾ ਹੈ। ਸੋ ਮੈਨੂੰ ਕੁਝ ਇਸ ਤਰੀਕੇ ਦਾ ਸਰਕਲ ਵੀ ਲੱਗਦਾ ਹੈ ਕੈਨੇਡਾ ਦਾ ਕਿ ਵਿਦਿਆਰਥੀਆਂ ਨੂੰ ਆਪਣੇ ਵਾਲੇ ਪਾਸੇ ਖਿੱਚ ਲਓ, ਆਪਣੇ ਪਿੱਛੇ ਲਾ ਲਓ। ਜਿਹੜੇ 5.5 ਵਾਲੇ ਆ ਇੱਕ ਦੋ ਵਾਰੀ ਰਿਫਿਊਜ਼ਲ ਦੇ ਦਿਓ, ਤਦ ਤੱਕ ਵਿਦਿਆਰਥੀ ਆਪਣਾ ਸਕੋਰ ਇੰਪਰੂਵ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਵੀਜ਼ਾ ਦੇ ਦਿਓ। ਇਹਦਾ ਮਤਲਬ ਹੈ ਵਿਦਿਆਰਥੀ ਅਸੀਂ ਆਪਣੇ ਪਿੱਛੇ ਵੀ ਲਾ ਲਿਆ, ਉਹਨੂੰ ਸੁਧਾਰ ਵੀ ਲਿਆ, ਉਹਦਾ 5.5 ਵੀ ਇੰਪਰੂਵ ਕਰ ਲਿਆ ਤੇ ਉਹਨੂੰ ਵੀਜ਼ਾ ਵੀ ਦਿੱਤਾ। ਪਰ ਹੁਣ 10 ਅਗਸਤ ਦੀ ਗੱਲ ਇਹ ਹੈ ਕਿ 10 ਅਗਸਤ ਤੋਂ ਬਾਅਦ ਕੀ ਇਹ ਚੇਂਜ ਹੋਏਗਾ, ਕੀ ਇਹ ਚੇਂਜ ਹੋਏਗਾ ਪ੍ਰੋਸੀਜਰ 1 ਚੋਂ 5.5 ਦੇ ਨਾਲ ਕੀ ਕੈਨੇਡਾ ਵੀਜ਼ਾ ਦੇਗਾ, ਕਿੰਨੇ ਕੁ ਦੇਗਾ, ਕਿ ਹਜ਼ਾਰਾਂ ਚੋਂ ਇੱਕ ਜਾਂ ਹਜ਼ਾਰਾਂ ਚੋਂ ਸੈਂਕੜੇ, ਇਹ ਗੱਲ ਮੈਟਰ ਕਰਦੀ ਹੈ। ਜਸਮੀਤ ਜੀ ਇਸੇ ਗੱਲ ਤੇ ਤੁਹਾਡੇ ਨਾਲ ਡਿਸਕਸ ਕਰੂੰਗਾ। ਅਗਰ ਮੰਨ ਲਈਏ ਕਿ ਕੈਨੇਡਾ ਲਿਬਰਲ ਹੁੰਦਾ ਹੈ 10 ਅਗਸਤ ਨੂੰ ਤੇ 5.5 ਦੇ ਨਾਲ ਕਿਉਂਕਿ ਨੰਬਰ ਆਫ ਐਪਲੀਕੇਸ਼ਨ ਬਹੁਤ ਵੱਧ ਜਾਣਗੀਆਂ ਤੇ ਫਿਰ ਵੀਜ਼ੇ ਕਿੰਨੇ ਕੁ ਗ੍ਰਾਂਟ ਕਰੂਗਾ ਜਸਮੀਤ ਜੀ ਕੈਨੇਡਾ? ਸਰ ਪਹਿਲੀ ਗੱਲ ਤਾਂ ਇਹ ਚੀਜ਼ ਹੈ ਕਿ ਜੇ ਸਾਨੂੰ ਰਿਜ਼ਲਟਸ ਦੀ ਗੱਲ ਕੀਤੀ ਜਾਵੇ, ਜੇ ਰਿਜ਼ਲਟਸ ਦੀ ਗੱਲ ਕੀਤੀ ਜਾਵੇ ਤਾਂ ਰਿਜ਼ਲਟਸ ਸਾਨੂੰ 10 ਅਗਸਤ ਨੂੰ ਸਮਝ ਨਹੀਂ ਆਣੇ ਜੀ। 10 ਅਗਸਤ ਨੂੰ ਤਾਂ ਫਾਈਲਾਂ ਲੌਜ ਹੋਣੀਆਂ। ਸੋ ਰਿਜ਼ਲਟ ਸਾਨੂੰ ਸਮਝ ਆਣੇ ਆ 25-30 ਅਗਸਤ ਤੱਕ, ਜਦੋਂ ਉਹ ਫਾਈਲਾਂ ਲੌਜ ਹੋਣ ਤੇ ਰਿਜ਼ਲਟ ਆਣੇ ਆ। ਰਹੀ ਗੱਲ ਪੀਟੀ ਤੇ ਮੈਂ ਕਲੈਰਿਟੀ ਕਰਦਾ ਪਹਿਲਾਂ। ਰਹੀ ਗੱਲ ਪੀਟੀ ਦੀ, ਮੈਨੂੰ ਲੱਗਦਾ ਕਿ ਓਵਰਆਲ 60 ਕੈਨੇਡਾ ਐਕਸੈਪਟ ਕਰੇਗਾ ਅੰਡਰ ਐਸਡੀਐਸ। ਉਹਦੇ ਚ ਨੋ ਬੈਂਡ ਲੈਸ ਦੈਨ ਦੀ ਕਹਾਣੀ ਹੁੰਦੀ ਹੈ ਨਹੀਂ ਹੁੰਦੀ, ਇਹਦੇ ਤੇ ਹਲੇ ਕਲੈਰਿਟੀ ਬਾਕੀ ਹੈ। ਬਟ ਜੋ ਉਹਨਾਂ ਦਾ ਗੈਜ਼ਟ ਅਪਡੇਟ ਹੋਇਆ ਸੀ, ਉਹਨਾਂ ਨੇ ਪੀਟੀ 60 ਲਿਖਿਆ ਸੀ ਉੱਥੇ। ਜਿਹੜਾ ਗੈਜਟ, ਜਿਹੜਾ ਕੈਨੇਡਾ ਨੇ ਗੈਜਟ ਇੱਕ ਨਿਊਜ਼ ਤੋਂ 4 ਟੈਸਟ ਐਡ ਹੋਏ ਸੀ, ਉਹਦੇ ਚ ਉਹਨਾਂ ਨੇ ਪੀਟੀਈ ਚ ਸਿਰਫ 60 ਲਿਖਿਆ ਸੀ ਜੀ। ਸੋ ਵੇਅਰ ਐਜ਼ ਆਈਲੈਟਸ ਤੇ ਉਹਨਾਂ ਨੇ ਕਲੈਰਿਟੀ ਹਲੇ ਛੱਡਤੀ ਸੀ। ਆਈਲੈਟਸ ਦੀ ਕਲੈਰਿਟੀ ਹਲੇ ਛੱਡਤੀ। ਸੋ ਪੀਟੀ ਦੀ ਗੱਲ ਜੇ ਕਰੀਏ ਤਾਂ ਮੈਨੂੰ ਲੱਗਦਾ ਕਿ ਓਵਰਆਲ 60 ਵਿਲ ਬੀ ਐਸਡੀਐਸ ਕੈਟੇਗਰੀ। ਹੁਣ ਦੂਜੀ ਗੱਲ ਆ ਜਾਂਦੀ ਹੈ 1 ਚ 5.5, 2 ਚ 5.5। ਸੋ 2 ਚੋਂ 5.5 ਤਾਂ ਮੋਸਟਲੀ ਕੋਈ ਵੀ ਗਵਰਨਮੈਂਟ ਕਾਲਜ ਐਕਸੈਪਟ ਨਹੀਂ ਕਰ ਰਿਹਾ। ਸੋ 2 ਚੋਂ 5.5 ਜ਼ਿਆਦਾਤਰ ਗਵਰਨਮੈਂਟ ਕਾਲਜ ਐਕਸੈਪਟ ਨਹੀਂ ਕਰ ਰਹੇ। 1 ਚ 5.5 ਬੈਂਡ ਫਿਰ ਵੀ ਕੀ ਕਹਿੰਦੇ ਆ, ਕਾਫੀ ਸਾਰੇ ਕਾਲਜਿਸ ਐਕਸੈਪਟ ਕਰ ਰਹੇ ਨੇ। ਬਟ ਉਹ ਸਾਰੇ ਕਾਲਜਿਸ ਵੀ ਟੈਸਟ ਕਰਨਾ ਚਾਹੁੰਦੇ ਆ ਕਿ ਕਿਸ 1 ਚ 5.5 ਬੈਂਡ ਤੇ ਐਮਬੈਸੀ ਵੀਜ਼ਾ ਦੇਗੀ ਕਿ ਨਹੀਂ ਦੇਗੀ। ਸੋ ਸਟੂਡੈਂਟਸ ਇਹ ਸਾਰੀ ਚੀਜ਼ ਨੂੰ ਦੇਖਦਿਆਂ ਹੋਇਆਂ ਸਾਨੂੰ ਜਿਹੜਾ ਰਿਜ਼ਲਟ ਹੈ, ਜੇ ਕਲੈਰਿਟੀ 10 ਅਗਸਤ ਤੱਕ ਨਹੀਂ ਆਉਂਦੀ ਹੈ, ਜੇ ਇਸ ਚੀਜ਼ ਤੇ ਕਲੈਰਿਟੀ 10 ਅਗਸਤ ਤੱਕ ਨਹੀਂ ਆਉਂਦੀ ਹੈ, ਤਾਂ ਸਾਨੂੰ ਜਿਹੜਾ ਰਿਜ਼ਲਟ ਟਾਈਮ ਤੇ ਪਤਾ ਲੱਗੇਗਾ ਕਿ ਵੀਜ਼ਾ ਆ ਰਹੇ ਹੈ ਕਿ ਨਹੀਂ ਆ ਰਹੇ।
ਬਟ ਇਨ ਦ ਮੀਨ ਟਾਈਮ ਆਪਾਂ ਪੋਜ਼ਿਟਿਵ ਹੋ ਸਕਦੇ ਹਾਂ, ਆਪਾਂ ਆਪਣੇ ਮਨ ਨੂੰ ਕੋਈ ਨੈਗੇਟਿਵ ਗੱਲ ਨਾ ਸਮਝਾਈਏ। ਸੋ ਵੀ ਕੈਨ ਬੀ ਪੋਜ਼ਿਟਿਵ if we are applying with one module 5.5 also. मैं माफी चाहूंगा टेक्निकल डिस्टर्बेंस करके मैं नाल नहीं जुड़ सकिया। जसमीत जी मैं माफी चाहूंगा क्योंकि मैं ज्यादा ਤੁਹਾਡਾ ਸੁਣ ਨਹੀਂ ਸਕਿਆ, ਪਰ ਜਿਵੇਂ ਆਪਣੀ ਪਹਿਲਾਂ ਵੀ ਗੱਲ ਹੋ ਰਹੀ ਸੀ, ਹੁਣ ਮੈਂ ਇਹ ਜਾਣਨਾ ਚਾਹਣਾ ਜਸਮੀਤ ਜੀ ਕਿ ਜਦੋਂ 10 ਅਗਸਤ ਤੋਂ ਬਾਅਦ ਫਾਈਲ ਲੱਗਣੀ ਹੈ ਤਾਂ ਕੀ ਜੀਸੀ ਪੋਰਟਲ 'ਚ ਕੋਈ ਚੇਂਜ ਹੋਊਗਾ, ਕਿ ਇਹ 9 ਤਰੀਕ ਨੂੰ ਪਤਾ ਲੱਗ ਜਾਏਗਾ ਜਾਂ ਅੱਜ ਰਾਤ ਨੂੰ ਕੱਲ ਰਾਤ ਨੂੰ ਕੁਝ ਪਤਾ ਲੱਗੇਗਾ ਵੀ ਚੇਂजेस ਕੀ ਹੋ ਰਹੀਆਂ ਨੇ? ਫਾਈਲ ਜਦੋਂ ਅਪਲੋਡ ਹੋਣੀ ਆ ਉਦੋਂ 10 ਦੀ ਰਾਤ ਨੂੰ ਪਤਾ ਮਤਲਬ ਆਪਣੀ 10 ਦੀ ਰਾਤ ਨੂੰ ਪਤਾ ਲੱਗੇਗਾ, ਕਿਉਂਕਿ ਜਦੋਂ ਸਾਡੇ ਇੱਥੇ 10 ਦਾ ਦਿਨ ਹੁੰਦਾ ਹੈ ਤਾਂ ਉੱਥੇ ਹੋਣੀ ਹੈ 9 ਰਾਤ ਜੀ। 10 ਦੀ ਰਾਤ ਨੂੰ ਪੋਰਟਲ 'ਚ ਚੇਂजेस ਹੋਣਗੇ, ਸੋ ਤਾਂ ਹੀ ਪਤਾ ਲੱਗੇਗਾ ਕਿ ਚੇਂजेस ਹੋ ਰਹੇ ਹੈ ਕਿ ਨਹੀਂ ਹੋ ਰਹੇ ਹੈ। ਬਟ ਕੀ ਕਹਿੰਦੇ ਆ, ਆਈ ਐਮ ਰੀਅਲੀ ਪੋਜ਼ਿਟਿਵ ਅਬਾਊਟ ਦ ਚੇਂजेस ਐਂਡ ਸਟੂਡੈਂਟਸ ਦੇ ਹੱਕ 'ਚ ਹੀ ਆ ਸਾਰੇ ਚੇਂजेस। ਜਿੱਦਾਂ ਦਾ ਵੀਜ਼ਾ ਸਕਸੈਸ ਰੇਟ ਕੈਨੇਡਾ ਦਾ ਚੱਲ ਰਿਹਾ, ਤੁਹਾਡੇ ਸਾਹਮਣੇ ਹੀ ਹੈ ਕਿ ਡੇਲੀ ਬੇਸਿਸ ਤੇ 8-10 PPR ਸਾਡੀਆਂ ਲੈਂਡਮਾਰਕ ਦੀਆਂ ਆਉਂਦੀਆਂ। ਸੋ ਜਿਹੜਾ ਕੀ ਕਹਿੰਦੇ ਆ ਕੈਨੇਡਾ ਦਾ ਵੀਜ਼ਾ ਸਕਸੈਸ ਰੇਟ ਚੱਲ ਰਿਹਾ ਉਹ ਬੜਾ ਹਾਈ ਚੱਲ ਰਿਹਾ। ਔਰ ਜੇ ਅਸੀਂ ਗੱਲ ਕਰੀਏ ਤਾਂ ਰੀਫਾਈਲਿੰਗ, ਡਿਫਿਕਲਟ ਕੇਸਿਸ, ਇਹਨਾਂ ਸਾਰਿਆਂ ਨੂੰ ਕੈਨੇਡਾ ਨੇ ਵੀਜ਼ਾ ਦਿੱਤੇ ਆ। ਔਰ ਕੈਨੇਡਾ ਦਾ ਜੇ ਅਸੀਂ ਬੈਨੀਫਿਟਸ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਜਿਹੜਾ ਸਟੱਡੀ ਵੀਜ਼ਾ ਪ੍ਰੋਸੈਸ ਹੈ ਉਹ ਜੇ ਆਪਾਂ ਸਾਰੇ ਕੰਟਰੀ ਨਾਲ ਕੰਪੇਅਰ ਕਰ ਲੈਂਦੇ ਆ ਤਾਂ ਸਭ ਤੋਂ ਸਮੂਥ ਹੈ। ਹੁਣ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਗੱਲ ਕਰ ਲੈਂਦੇ ਆ ਤਾਂ ਉੱਥੇ ਹੁੰਦਾ ਕਿ ਫੰਡਸ ਪੁਰਾਣੇ ਚਾਹੀਦੇ ਆ, 6 ਮਹੀਨੇ ਪੁਰਾਣੇ ਚਾਹੀਦੇ ਆ, ਪੇਰੈਂਟਸ ਦੇ ਨਾਂ ਤੇ ਚਾਹੀਦੇ ਆ। ਸੋ ਉੱਥੇ ਐਕਸਪਲੋਇਟੇਸ਼ਨ ਹੋ ਜਾਂਦੀ ਹੈ। ਏਜੰਟ ਕਹਿੰਦਾ ਮੈਂ ਪੁਰਾਣੇ ਫੰਡ ਸ਼ੋਅ ਕਰ ਦਿੰਦਾ ਤੁਹਾਡੇ, ਮੈਂ ਨਵੇਂ ਪਾ ਕੇ ਪੁਰਾਣੇ ਕਰਾ ਦਿੰਦਾ। ਸੋ ਉੱਥੇ ਐਕਚੁਅਲੀ ਸਟੂਡੈਂਟ ਦੀ ਐਕਸਪਲੋਇਟੇਸ਼ਨ ਹੈ, ਏਜੰਟ ਪੱਖੋਂ ਵੀ ਔਰ ਐਮਬੈਸੀ ਪੱਖੋਂ ਵੀ। ਔਰ ਜਦੋਂ ਰਿਫਿਊਜ਼ਲ ਆਉਂਦੀ ਹੈ ਉਦੋਂ ਐਮਬੈਸੀ ਕਹਿੰਦੀ ਹੈ ਕਿ ਤੁਹਾਡੇ ਫਾਈਨੈਂਸ਼ੀਅਲ 'ਚ ਕਲੈਰਿਟੀ ਨਹੀਂ ਸੀ। ਉਦੋਂ ਏਜੰਟ ਨੇ ਵੀ ਸਾਨੂੰ ਕਿਹਾ ਕਿ ਮੈਂ ਤੁਹਾਡੇ ਫੰਡ ਬਿਲਕੁਲ ਸਹੀ ਸ਼ੋਅ ਕਰਾਂਗਾ, ਬਟ ਰਿਫਿਊਜ਼ਲ ਆ ਗਈ ਔਰ ਉਹਦੇ 'ਚ ਵੀ ਇਹੀ ਲਿਖਿਆ ਕਿ ਫਾਈਨੈਂਸ਼ੀਅਲ ਤੇ ਕਲੈਰਿਟੀ ਨਹੀਂ ਸੀ। ਸੋ ਜਿਹੜਾ ਵੀਜ਼ਾ ਪ੍ਰੋਸੈਸ ਹੈ ਕਿਤੇ ਨਾ ਕਿਤੇ ਆਸਟ੍ਰੇਲੀਆ, ਨਿਊਜ਼ੀਲੈਂਡ, UK ਦਾ ਵੀ ਥੋੜਾ ਜਿਹਾ ਕਲੈਰਿਟੀ ਨਹੀਂ ਹੈਗੀ। ਵੇਅਰ ਐਜ਼ ਕੈਨੇਡਾ ਤੇ ਤੁਸੀਂ ਫੀਸ ਜਮ੍ਹਾਂ ਕਰਾਓ, ਕਾਲਜ ਦੀ ਫੀਸ ਜਮ੍ਹਾਂ ਕਰਾਓ, GIC ਜਮ੍ਹਾਂ ਕਰਾਓ, ਕੋਈ ਪੁੱਛ-ਗਿੱਛ ਨਹੀਂ ਹੈ ਕਿੱਥੋਂ ਆਈ, ਕਿੱਦਾਂ ਫੀਸ ਜਮ੍ਹਾਂ ਕਰਾਈ, ਕੋਈ ਪੁੱਛ-ਗਿੱਛ ਨਹੀਂ ਹੈ, ਕੋਈ ਪੁਰਾਣੇ ਫੰਡ ਨਹੀਂ ਚਾਹੀਦੇ। ਤੁਹਾਡੇ ਕੋਲ ਪੈਸੇ ਹੈਗੇ ਆ, ਤੁਸੀਂ ਜਮ੍ਹਾਂ ਕਰਾਤੇ, ਵੀਜ਼ਾ ਲੈ ਲਓ। ਸਟ੍ਰੇਟ ਫਾਰਵਰਡ ਸਮੂਥ ਪ੍ਰੋਸੈਸ ਹੈਗਾ ਕੈਨੇਡਾ ਦਾ, ਬਿਲਕੁਲ ਸਮੂਥ ਹੈ। ਸੈਕੰਡ ਚੀਜ਼ ਹੈ ਕੀ ਕਹਿੰਦੇ ਆ, ਕੈਨੇਡਾ 'ਚ ਆਪਾਂ ਸੈਟਲਮੈਂਟ ਦੀ ਵੀ ਗੱਲ ਕਰੀਏ, PR ਦੀ ਵੀ ਜੇ ਗੱਲ ਕਰੀਏ ਤਾਂ PR ਦੇ ਵੀ ਉਹਨਾਂ ਨੇ PNP ਪ੍ਰੋਗਰਾਮਸ ਬਣਾਏ ਹੋਏ ਆ। ਬੱਚੇ ਨੂੰ ਜਾਣਦਿਆਂ ਹੀ ਪਤਾ ਲੱਗ ਜਾਂਦਾ ਕਿ ਜਿਹੜੇ ਪ੍ਰੋਵਿੰਸ 'ਚ ਮੈਂ ਆਇਆ ਇੱਥੇ ਮੇਰੀ PR ਕਿੰਨੇ ਚਿਰ 'ਚ ਹੋਣੀ ਆ, ਇੱਥੇ ਮੇਰੀ PR ਜੇ ਮੈਨੂੰ ਕਿਹੜੀ ਜੌਬ ਕਰਨੀ ਪੈਣੀ ਹੈ, ਇੱਥੇ ਮੇਰੀ PR ਤੋਂ ਬਾਅਦ ਮੈਨੂੰ ਕਿੱਦਾਂ ਕੀ ਕਹਿੰਦੇ ਸੈਟਲਮੈਂਟ ਆਪਸ਼ਨ ਹੋਣੀ ਹੈ। ਵੇਅਰ ਐਜ਼ ਅਦਰ ਕੰਟਰੀਜ਼ 'ਚ SOL ਲਿਸਟ ਹੈ ਜਾਂ ਕੋਈ ਸਕਿੱਲ ਲਿਸਟ 'ਚ ਮੇਰਾ ਨਾਮ ਆਏਗਾ, ਮੇਰਾ ਆਕੂਪੇਸ਼ਨ ਆਏਗਾ ਕਿ ਨਹੀਂ ਆਏਗਾ। ਪਰ ਕੈਨੇਡਾ 'ਚ ਮੈਂ ਦੇਖਿਆ ਕਿ ਮੋਸਟਲੀ ਜਿੰਨੇ ਵੀ ਬੱਚੇ ਜਾਂਦੇ ਆ ਸਾਰੇ ਹੀ PR ਹੋ ਜਾਂਦੇ ਆ। ਕਿਤੇ ਨਾ ਕਿਤੇ ਸਾਰੇ ਸਟੂਡੈਂਟਸ ਨੂੰ ਕੋਈ ਨਾ ਕੋਈ ਆਪਸ਼ਨ ਤਾਂ ਲੈਣੀ ਪੈਂਦੀ ਹੈ। ਸੋ ਬੜਾ ਕ੍ਰਿਸਟਲ ਕਲੀਅਰ ਜਿਹਾ ਸੈਟਲਮੈਂਟ ਪਲਾਨ ਵੀ ਉਹਨਾਂ ਦਾ ਕ੍ਰਿਸਟਲ ਕਲੀਅਰ ਜਿਹਾ ਹੈਗਾ। ਫਿਰ ਅਸੀਂ ਗੱਲ ਕਰਦੇ ਹਾਂ ਕਿ ਐਕਸੈਪਟੈਂਸ ਬਹੁਤ ਜ਼ਿਆਦਾ ਹੈ। ਅਸੀਂ ਜੇ ਕੈਨੇਡਾ ਜਾਂਦੇ ਹਾਂ ਤਾਂ ਸਾਨੂੰ ਰੇਸਿਜ਼ਮ ਨਾ ਇੱਕ ਦਿਨ ਵੀ ਨਹੀਂ ਫੀਲ ਹੋਏਗਾ, ਬਿਕੋਜ਼ ਉੱਥੋਂ ਦੇ ਜਿਹੜੇ ਗੋਰੇ ਆ ਉਹ ਵੀ ਇਮੀਗ੍ਰੈਂਟਸ ਹੈਗੇ ਆ, ਜਿਹੜੇ ਕੈਨੇਡੀਅਨਸ ਆ ਉਹ ਵੀ ਕਿਤੇ ਨਾ ਕਿਤੇ ਇੱਧਰੋਂ ਉੱਧਰੋਂ ਆਏ ਸੀ। ਸੋ ਰੇਸਿਜ਼ਮ ਦੇ ਨਾਂ ਤੇ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਕੈਨੇਡਾ ਦੀ। ਸੋ ਮੈਨੂੰ ਲੱਗਦਾ ਕਿ ਕੈਨੇਡਾ ਜੋ ਵੀ ਕਰ ਰਿਹਾ ਉਹ ਬਿਲਕੁਲ ਸਹੀ ਕਰ ਰਿਹਾ। ਕੈਨੇਡਾ 'ਚ ਜਿਹੜੀ ਆਬਾਦੀ ਹੈ ਤੁਹਾਨੂੰ ਪਤਾ ਹੀ 3 ਕਰੋੜ 95 ਲੱਖ ਹੈ, ਵਿਚ ਇਜ਼ ਵੈਰੀ ਲੋ ਐਜ਼ ਕੰਪੇਅਰ ਟੂ ਇੰਡੀਆ। ਐਂਡ ਜਿਹੜਾ ਲੈਂਡ ਮਾਸ ਹੈਗਾ ਉਹ ਵੀ ਬਹੁਤ ਵੱਡਾ ਹੈਗਾ। ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਕੈਨੇਡਾ ਜੇ ਕੁਝ ਚੇਂजेस ਲਿਆ ਰਿਹਾ ਹੈ ਜਾਂ ਜੋ ਵੀ ਚੇਂजेस ਇੰਪਲੀਮੈਂਟ ਹੋਣਗੇ ਉਹ ਕ੍ਰਿਸਟਲ ਕਲੀਅਰ ਹੋਣਗੇ, ਕਨਫਿਊਜ਼ਨ ਖਤਮ ਹੋਏਗੀ ਬਹੁਤ ਜਲਦੀ। ਐਂਡ ਜਿਵੇਂ IDP ਜਿਹੜੀ ਕਿ ਟੈਸਟਿੰਗ ਅਥਾਰਟੀ ਹੈਗੀ ਆਈਲੈਟਸ ਦੀ, ਉਹਨਾਂ ਨੇ ਅਨਾਉਂਸ ਕੀਤਾ ਕਿ ਓਵਰਆਲ 6 ਬੈਂਡ ਐਕਸੈਪਟ ਹੋਣਗੇ, ਬਟ ਕੈਨੇਡਾ ਹਾਈ ਕਮਿਸ਼ਨ ਵੱਲੋਂ ਇਦਾਂ ਦਾ ਕੋਈ ਵੀ ਅਨਾਉਂਸਮੈਂਟ ਨਹੀਂ ਆਈ ਹੈ। ਸੋ ਇਟ ਇਜ਼ ਬੇਸਿਕਲੀ ਮੈਨੂੰ ਲੱਗਦਾ ਹੈ ਕਿ ਕੀ ਕਲੈਰਿਟੀ ਹੈ ਕੀ ਨਹੀਂ ਹੈ ਇਹ ਰਿਜ਼ਲਟਸ ਦੇਖਣ ਤੋਂ ਬਾਅਦ ਹੀ ਆਣੀ ਹੈ। ਔਰ ਜੇ ਅਸੀਂ ਗੱਲ ਕਰੀਏ ਕਿ 10 ਅਗਸਤ ਤੋਂ ਬਾਅਦ ਕੋਈ ਮੇਜਰ ਕੋਈ ਕਲੈਰਿਟੀ ਆਏਗੀ, ਸੋ ਮੈਨੂੰ ਲੱਗਦਾ ਨਹੀਂ ਹੈ ਕਲੈਰਿਟੀ ਆ ਚੁੱਕੀ ਹੈ। ਬਟ ਜਦੋਂ ਆਪਾਂ SDS ਫਾਈਲ ਸਬਮਿਟ ਕਰਦੇ ਹਾਂ ਤਾਂ ਪੋਰਟਲ ਤੇ ਅਪਡੇਸ਼ਨ ਜ਼ਰੂਰ ਹੋਏਗੀ ਕਿ ਤੁਸੀਂ PT ਸਬਮਿਟ ਕਰ ਸਕਦੇ ਹੋ, KL ਸਬਮਿਟ ਕਰ ਸਕਦੇ ਹੋ, TOEFL ਸਬਮਿਟ ਕਰ ਸਕਦੇ ਹੋ। ਸੋ ਸਟੂਡੈਂਟਸ ਆਲ ਜੇ ਅਸੀਂ ਗੱਲ ਕਰੀਏ ਤਾਂ ਕੈਨੇਡਾ ਸਭ ਤੋਂ ਜ਼ਿਆਦਾ ਐਕਸੈਪਟੈਂਸ ਰੱਖਦਾ ਹੈ। ਔਰ ਤੁਸੀਂ
ਅੱਜ ਦੀ ਡੇਟ 'ਚ ਕੈਨੇਡਾ ਦਾ ਸਟੱਡੀ ਵੀਜ਼ਾ ਜੇ ਈਜ਼ੀਲੀ ਲੈ ਸਕਦੇ ਹੋ ਤਾਂ ਲੈ ਲਓ, ਬਿਕੋਜ਼ ਆਉਣ ਵਾਲੇ ਸਮੇਂ 'ਚ ਕੈਨੇਡਾ ਵੀ ਕਿਤੇ ਨਾ ਕਿਤੇ ਜਿਹੜੇ ਆਪਣੇ ਵੀਜ਼ਾ ਦੇ ਪ੍ਰੋਸੈਸ ਹੈਗੇ ਉਹ ਟਾਈਟ ਕਰੇਗਾ, ਔਰ ਡਿਪਲੋਮਾ ਤੋਂ ਬਾਅਦ ਬੈਚਲਰ ਡਿਗਰੀ ਵੀ ਲਿਆ ਸਕਦਾ ਹੈ, ਐਂਡ ਬਹੁਤ ਕੇਅਰਫੁਲੀ ਅਸੈਸ ਕਰੇਗਾ ਫਾਈਲਾਂ ਜੋ ਸਾਡੀ ਕੀ ਕਹਿੰਦੇ ਆ ਟਿਊਸ਼ਨ ਹੈ ਜਾਂ ਸਾਡੀ ਡਿਸਕਸ਼ਨਸ ਹੋਈਆਂ ਕਿ ਆਉਣ ਦੇ ਸਾਲ 2024 ਤੋਂ ਬਾਅਦ ਕਾਫੀ ਸਾਰੇ ਕੀ ਕਹਿੰਦੇ ਚੇਂजेस ਮੈਨੂੰ ਕੈਨੇਡਾ ਦੇ ਸਟੱਡੀ ਵੀਜ਼ਾ ਪ੍ਰੋਸੈਸ 'ਚ ਹੁੰਦੇ ਨਜ਼ਰ ਆਉਣਗੇ। ਹਰਦੀਪ ਕੌਰ ਉਹਨਾਂ ਦਾ ਬੜਾ ਇੰਪੋਰਟੈਂਟ ਸਵਾਲ ਹੈ, ਕਹਿੰਦੇ 1 ਮੋਡਿਊਲ 5.5 ਕੋਰਸ ਤੋਂ ਨਹੀਂ ਅਪਲਾਈ ਕਰ ਸਕਦੇ, ਤੁਸੀਂ MBA ਲਈ ਅਪਲਾਈ ਕਰ ਸਕਦੇ ਹੋ, ਬਟ ਉੱਥੇ ਇੰਗਲਿਸ਼ ਲੈਂਗੁਏਜ ਦਾ ਤੁਹਾਨੂੰ ਕੋਰਸ ਪੜ੍ਹਨਾ ਪਏਗਾ ਜਿਹਦੀ ਐਕਸਟਰਾ ਫੀਸ ਦੇਣੀ ਪਏਗੀ ਤੁਹਾਨੂੰ। ਬਟ PG 'ਚ ਜੋ ਤੁਸੀਂ ਅਪਲਾਈ ਕਰਨਾ ਤਾਂ 1 'ਚ 5.5 ਬੈਂਡ ਨਾਲ ਜਿਹੜਾ ਸਕਸੈਸ ਰੇਟ ਹੈ ਉਹ ਜ਼ਿਆਦਾ ਵਧੀਆ ਮੈਂ ਐਕਸਪੈਕਟ ਨਹੀਂ ਕਰਦਾ। ਰਾਦਰ ਦੈਨ ਯੂ ਸ਼ੁਡ ਅਪਲਾਈ ਇਨ UG, ਬਿਕੋਜ਼ ਉੱਥੇ ਦੀ ਰਿਕੁਆਇਰਮੈਂਟ ਫਿਰ ਵੀ ਘੱਟ ਹੋਏਗੀ, ਬਟ PG ਦੀ ਆਪਣੀ ਰਿਕੁਆਇਰਮੈਂਟ ਹੀ ਜ਼ਿਆਦਾ ਹੈ। ਸੋ PG ਕੋਰਸ ਤੁਸੀਂ ਨਾ ਅਪਲਾਈ ਕਰੋ ਤਾਂ ਇਟ ਇਜ਼ ਬੈਨੀਫੀਸ਼ੀਅਲ। ਬਿਲਕੁਲ ਠੀਕ ਹੈ। ਸੋ ਉਹੀ ਕੋਰਸ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਹੈ, ਮੇਰਾ ਹੀ ਮੰਨਣਾ ਹੈ ਕਿ ਜਿਹੜਾ ਜਸਮੀਤ ਜੀ ਸਟੂਡੈਂਟਸ ਨੂੰ ਰਿਕਮੈਂਡ ਕਰਦੇ ਨੇ ਔਰ ਜਿਹੜਾ ਤੁਹਾਡੇ ਪ੍ਰੋਫਾਈਲ ਦੇ ਨਾਲ ਐਲੀਜੀਬਿਲਿਟੀ ਬਣ ਰਹੀ ਹੈ। ਸੋ ਜਸਮੀਤ ਜੀ ਮੈਂ ਫੇਰ ਆਉਣਾ 10 ਅਗਸਤ, ਅਗਰ ਪੋਰਟਲ ਵਗੈਰਾ ਚ ਚੇਂਜ ਹੁੰਦੇ ਨੇ, 5.5 SDS ਚ ਇੰਟਰੋਡਿਊਸ ਹੋ ਜਾਂਦਾ ਹੈ, ਅਗਰ 5.5 ਚ ਇੰਟਰੋਡਿਊਸ ਹੋ ਗਿਆ ਤੇ ਫਿਰ ਤਾਂ ਇਹ ਸ਼ੋਰ ਹੈ ਕਿ 5.5 ਤੇ ਵੀਜ਼ਾ ਵੀ ਮਿਲਣਗੇ ਜਦੋਂ ਉਹਨੂੰ SDS ਕੰਸੀਡਰ ਕਰ ਲਿਆ। ਸੀ ਦੇਖੋ ਬਿਲਕੁਲ ਜੇ SDS ਚ ਆ ਗਿਆ ਫਿਰ ਤਾਂ ਵੀਜ਼ਾ ਬਹੁਤ ਅੱਛੇ ਸਕਸੈਸ ਰੇਟ ਨਾਲ ਆਣਗੇ। ਸੋ ਵੀਜ਼ਾ ਜੇ ਆ ਜਾਂਦਾ ਤੁਹਾਡਾ ਤਾਂ ਸਕਸੈਸ ਰੇਟ ਬਹੁਤ ਅੱਛੇ ਤਰੀਕੇ ਆਉਣਗੇ। ਬਿਲਕੁਲ ਠੀਕ ਹੈ। ਸੋ ਇਹਦੇ ਲਈ ਮਤਲਬ ਅਲਟੀਮੇਟਲੀ ਸਾਨੂੰ ਵੇਟ ਕਰਨੀ ਪੈਣੀ ਹੈ 10 ਅਗਸਤ ਦੀ। ਅਗਰ SDS 1.5 SDS ਕੰਸੀਡਰ ਹੁੰਦਾ ਹੈ ਫਿਰ ਇਹ ਬਹੁਤ ਚੰਗੀ ਗੱਲ ਹੈ। ਫਿਰ ਜਸਮੀਤ ਜੀ ਨਾਨ SDS ਚ ਕਿਹੜੀਆਂ ਫਾਈਲਾਂ ਰਹਿ ਜਾਣਗੀਆਂ? ਫਿਰ ਅਸੀਂ ਨਾਨ SDS ਨੂੰ ਕਿਵੇਂ ਵੇਖਾਂਗੇ? ਤੇ ਨਾਨ SDS ਚ ਦੇਖੋ ਮੇਰੇ ਹਿਸਾਬ ਨਾਲ ਤਾਂ ਫਿਊਚਰ ਵਿੱਚ ਕੀ ਕਹਿੰਦੇ ਆ ਨਾਨ SDS ਚ ਪਹਿਲੀ ਗੱਲ ਤਾਂ ਜਿਹੜੀ 60 ਤੋਂ ਥੱਲੇ PT ਹੈ ਉਹ ਨਾਨ SDS ਹੋ ਗਿਆ। ਸੋ ਮੇਰੀ ਪ੍ਰੈਡਿਕਸ਼ਨ ਤਾਂ ਸਰ ਇਹੀ ਹੈ ਕਿ ਜਿਹੜੇ 1 ਚ 5.5 ਬੈਂਡ ਹੈ ਜਾਂ 2 ਚ 5.5 ਬੈਂਡ ਹੈ ਉਹਨਾਂ ਦਾ SDS ਚ ਆਉਣਾ ਥੋੜਾ ਜਿਹਾ ਮੁਸ਼ਕਿਲ ਲੱਗਦਾ ਮੈਨੂੰ। ਬਾਕੀ ਜੇ SDS ਹੁੰਦਾ ਤਾਂ ਬਹੁਤ ਅੱਛੀ ਗੱਲ ਹੈ। ਬਟ ਜੇ ਸਟੂਡੈਂਟਸ ਦਾ ਕੀ ਕਹਿੰਦੇ ਆ ਨਾਨ SDS ਕੈਟੇਗਰੀ ਜਿਵੇਂ PT 58 ਵਾਲੇ, PT 57 ਵਾਲੇ ਜਾਂ ਜਿਹੜੇ ਬੱਚੇ ਪੂਰੇ ਸਾਲ ਦੀ ਫੀਸ ਨਹੀਂ ਜਮ੍ਹਾਂ ਕਰਾ ਸਕਦੇ ਉਹ ਕੇਸਿਸ ਨਾਨ SDS ਚ ਜਾਣਗੇ। ਸੋ ਹਰਦੀਪ ਦੇਖੋ ਕਿਆਨੋ ਕਾਲਜ ਇਜ਼ ਨਾਟ ਆਫਰਿੰਗ ਐਨੀ PG program. It is maybe a certificate specialized program because Alberta ਚ PG programs offer ਹੀ ਬਹੁਤ ਘੱਟ ਹੁੰਦੇ ਆ, ਬਹੁਤ ਹੀ ਘੱਟ ਹੁੰਦੇ ਆ। ਸੋ ਪਲੀਜ਼ ਆਪਣੀ ਆਫਰ ਲੈਟਰ ਤੁਸੀਂ ਚੈੱਕ ਕਰੋ and see if you've applied to a UG program then that is what I told you ਕਿ ਤੁਹਾਡਾ ਸਕਸੈਸ ਰੇਟ ਅੱਛਾ ਰਹੇਗਾ ਬਿਕੋਜ਼ ਜਿਹੜੀ ਐਲੀਜੀਬਿਲਿਟੀ ਹੈ that is for the UG program ਡੈਫੀਨੇਟਲੀ ਹਰਦੀਪ। ਔਰ ਤੁਹਾਨੂੰ ਅਸੀਂ ਸਹੀ ਹੀ ਗਾਈਡ ਕਰਾਂਗੇ, ਗਲਤ ਗਾਈਡ ਨਹੀਂ ਕਰਾਂਗੇ ਕਦੀ ਵੀ। 6.5 ਬੈਂਡ ਓਵਰਆਲ ਨੇ ਇੱਕ ਮੋਡਿਊਲ ਚੋਂ ਡਿਪਲੋਮਾ ਆਫਟਰ ਗ੍ਰੈਜੂਏਸ਼ਨ। ਯੈਸ, ਸੋ ਸੇਮ ਹੀ ਕੁਐਸਚਨ ਹੈ ਹਰਦੀਪ ਦਾ ਜੋ ਕੁਐਸਚਨ ਸੀ ਉਹੀ ਕੁਐਸਚਨ ਹੈ MBET ਦਾ ਵੀ ਕਿ 1 ਚ 5.5 ਬੈਂਡ ਹੈ ਔਰ ਮੈਂ ਡਿਪਲੋਮਾ ਅਪਲਾਈ ਕਰਨਾ ਚਾਹੁੰਦਾ ਆਫਟਰ ਗ੍ਰੈਜੂਏਸ਼ਨ। ਸੋ ਦੈਟ ਇਜ਼ ਮਾਈ ਐਡਵਾਈਸ ਟੂ ਆਲ ਦ ਸਟੂਡੈਂਟਸ ਕਿ ਜੇ 1 ਚ 5.5 ਬੈਂਡ ਹੈ you should not apply for PG program, you should apply for UG program and your visa success rate will be good. ਬਿਲਕੁਲ ਠੀਕ ਹੈ ਜਸਮੀਤ ਜੀ। ਅਗਰ ਇਹ ਵੀ ਹੋ ਸਕਦਾ ਹੈ ਕਿ ਅਗਰ 1 ਚੋਂ 5.5 ਨਾ ਲੈਣ ਤੇ 6 ਓਵਰਆਲ, ਅੱਛਾ ਫਿਰ ਤਾਂ ਉਹੀ ਗੱਲ ਹੋਗੀ 6 ਓਵਰਆਲ ਤਾਂ ਉਸੇ ਤਰ੍ਹਾਂ ਬਣੇਗਾ ਨਾ। ਔਰ ਜਦੋਂ PT ਨੂੰ ਅਗਰ ਉਹ PT ਨੂੰ SDS ਕੰਸੀਡਰ ਕਰਦੇ ਨੇ ਜਸਮੀਤ ਜੀ, PT ਨੂੰ SDS ਕੰਸੀਡਰ ਕਰਦੇ ਨੇ ਤੇ ਮੈਕਸਿਮਮ ਸਕੋਰ ਫਿਰ ਕੀ 60 ਮੰਨ ਕੇ ਚੱਲਿਆ ਜਾਏਗਾ? ਸੋ ਦੇਖੋ PTE ਦੀ ਅਸੀਂ ਜੇ ਗੱਲ ਕਰੀਏ ਤਾਂ PTE 60 ਓਵਰਆਲ 60 ਵਿਲ ਬੀ SDS। ਸੋ ਜੇ 59 ਹੈ that will be non SDS ਓਵਰਆਲ। ਇਹ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦੇ ਚ ਚੇਂजेस ਹੋਣਗੇ, ਬਟ 90% ਕੋਈ ਚੇਂजेस ਨਹੀਂ ਹੋਣਗੇ ਬਿਕੋਜ਼ ਗੈਜਟ ਚ ਵੀ ਇਹੀ ਲਿਖਿਆ ਆਇਆ ਸੀ
ਬਟ ਜੇ ਕੋਈ ਚੇਂजेस ਹੁੰਦੇ ਆ that will be really really you know something different ਕਿ ਪੀਟੀ ਚ ਵੀ ਉਹਨਾਂ ਨੇ ਇੰਡੀਵਿਜੂਅਲ ਸਕੋਰ ਮੰਗ ਲਏ ਨੇ। ਸੋ ਹੱਲੇ ਬਿਲਕੁਲ ਸਹੀ ਹੈ। ਸੋ ਹਰਦੀਪ HRM ਸਰਟੀਫਿਕੇਟ ਕੋਰਸ ਇਜ਼ ਕਰੈਕਟ, ਤੁਸੀਂ ਅਪਲਾਈ ਕਰ ਸਕਦੇ ਹੋ, ਤੁਸੀਂ ਫਿਊਚਰ ਚ ਆਪਣਾ ਬਿਲਕੁਲ ਠੀਕ ਹੈ ਕੋਰਸ। that is for BCom students also, that is for graduate student also, that is what I told you कि HRM is a certificate course। ਇੰਟਰਵਿਊ ਦੇਖੋ ਕੈਨੇਡਾ ਕਦੀ ਵੀ ਨਹੀਂ ਲੈਂਦਾ, ਨਾ ਹੀ ਫਿਊਚਰ ਚ ਲਏਗਾ ਫॉर श्योर ਮਯੂਰ। ਐਂਡ ਸੋ ਇੰਟਰਵਿਊ ਕੈਨੇਡਾ ਨਹੀਂ ਲਏਗਾ। ਇੰਟਰਵਿਊ ਉਸ ਕੇਸ 'ਚ ਹੀ ਕੈਨੇਡਾ ਲੈਂਦਾ ਹੈ ਜਿਸ ਕੇਸ 'ਚ ਉਹਨਾਂ ਨੂੰ ਕੋਈ ਡਾਊਟ ਹੁੰਦਾ ਹੈ ਕਿ ਪੀਟੀ ਫੇਕ ਹੈ ਜਾਂ ਕੋਈ ਪ੍ਰੋਬਲਮ ਹੈ, ਤਾਂ ਹੀ ਇੰਟਰਵਿਊ ਲਏਗਾ। ਰਜਿੰਦਰ ਕੁਮਾਰੀ ਨਾਰਦਰਨ ਕਾਲਜ ਨੇ ਦੇਖੋ ਉਹਨਾਂ ਨੇ ਆਪਸ਼ਨ ਦਿੱਤੀ ਸੀ ਕਿ ਟਿਮਿੰਸ ਕੈਂਪਸ 'ਚ ਟ੍ਰਾਂਸਫਰ ਹੋ ਜਾਓ ਬੱਚੇ। ਹੁਣ ਸਿਰਫ ਪਰਸਨਲ ਸਪੋਰਟ ਵਰਕਰ ਔਰ ਪ੍ਰੀ ਹੈਲਥ ਸਾਇੰਸਿਸ ਦਾ ਇੱਕ ਸਾਲ ਦਾ ਪ੍ਰੋਗਰਾਮ ਹੈਗਾ ਉੱਥੇ ਅਵੇਲੇਬਲ। ਰਜਿੰਦਰ ਕੁਮਾਰੀ ਤੁਸੀਂ ਮੈਨੂੰ WhatsApp ਵੀ ਕਰ ਸਕਦੇ ਹੋ 90413 90412 ਤੇ, ਐਂਡ ਉਹ 1 ਸਾਲ ਦਾ ਪ੍ਰੋਗਰਾਮ ਤੁਸੀਂ ਲੈ ਸਕਦੇ ਹੋ ਐਂਡ ਤੁਸੀਂ ਅੱਗੇ ਫੋਲੋ ਕਰ ਸਕਦੇ ਹੋ। ਬਿਲਕੁਲ ਠੀਕ ਹੈ ਜੀ। ਸੋ ਕੋਈ ਵੀ ਇੰਪੋਰਟੈਂਟ ਸਵਾਲ ਹੈ ਤੁਹਾਡੇ ਜ਼ਿਹਨ 'ਚ ਕਿਸੇ ਵੀ ਸਟੂਡੈਂਟ ਦੇ, ਤੇ ਤੁਸੀਂ ਜ਼ਰੂਰ ਮੰਡੇ ਟਿਊਜ਼ਡੇ ਵੈਡਨਸਡੇ ਅਸੀਂ ਲਗਾਤਾਰ ਮੈਂ ਔਰ ਜਸਮੀਤ ਜੀ ਅਸੀਂ ਲਾਈਵ ਰਹਿੰਦੇ ਹਾਂ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਇੰਪੋਰਟੈਂਟ ਸਵਾਲ ਨੇ ਜਿਹੜੇ ਉਹ ਸਟੂਡੈਂਟਸ ਦੇ ਤੁਹਾਡੇ ਜ਼ਿਹਨ ਦੇ ਵਿੱਚ ਰਹਿਣ। ਸੋ ਕਈ ਹੋਰ ਵੀ ਸਟੂਡੈਂਟਸ ਨੇ ਜਿਹੜੇ ਮੈਸੇਜ ਭੇਜ ਰਹੇ ਨੇ ਸਪਾਊਸ ਵੀਜ਼ਾ ਨੂੰ ਲੈ ਕੇ। ਸਪਾਊਸ ਵੀਜ਼ਾ ਦਾ ਕਿੰਨਾ ਕੁ ਟਾਈਮ ਲੱਗ ਰਿਹਾ ਸਰ ਅੱਜ ਕੱਲ੍ਹ? तो 30 days to 90 days ਦਾ ਟਾਈਮ ਲੱਗ ਰਿਹਾ ਸਪਾਊਸ ਵੀਜ਼ਾ ਦਾ। ਸੋ ਸਟੂਡੈਂਟਸ ਵਿਦਿਨ 30 days to 90 days ਰਿਜ਼ਲਟ ਆ ਰਹੇ ਨੇ। ਸੋ ਸਪਾਊਸ ਵੀਜ਼ਾ 30 days to 90 days ਦਾ ਜਿਹੜਾ ਟਾਈਮ ਹੈ ਉਹ ਲੱਗ ਰਿਹਾ ਹੈ ਸਪਾਊਸ ਵੀਜ਼ਾ ਦਾ। ਇਹ ਵੀ ਮੈਨੂੰ ਲੱਗਦਾ ਕੈਨੇਡਾ 'ਚ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੈ, ਅਗਰ 30 ਦਿਨ ਦੇ ਵਿੱਚ ਰਿਜ਼ਲਟ ਆ ਰਹੇ ਨੇ। ਹਾਲਾਂਕਿ ਜਸਮੀਤ ਜੀ ਮੈਨੂੰ ਦੱਸ ਰਹੇ ਸੀ ਕਿ ਜਨਵਰੀ ਇਨਟੇਕ 24 ਦੇ ਰਿਜ਼ਲਟ ਆਣੇ ਵੀ ਸ਼ੁਰੂ ਹੋ ਗਏ। ਜਸਮੀਤ ਜੀ 24 ਦੇ ਕਿੰਨੇ ਕੁ ਰਿਜ਼ਲਟ ਆ ਰਹੇ? ਕਾਫੀ ਸਾਰੇ ਸਰ, ਕਾਫੀ ਸਾਰੇ ਰਿਜ਼ਲਟ ਆ ਗਏ 24 ਦੇ ਵੀ। ਬਿਲਕੁਲ। ਔਰ ਸੈਪਟੰਬਰ ਇਨਟੇਕ ਆਲਮੋਸਟ ਰਿਜ਼ਲਟਸ ਸਾਰੇ ਸਟੂਡੈਂਟਸ ਦੇ ਆ ਗਏ ਕਿ ਹਜੇ ਵੀ ਪੈਂਡਿੰਗ ਨੇ? ਹਾਲੇ ਕੁਝ ਸਰ ਥੋੜੇ ਬਹੁਤੇ ਪੈਂਡਿੰਗ ਹੈ ਜੀ। ਲੈਂਡਮਾਰਕ ਦਾ ਸਰ ਸੈਪਟੰਬਰ ਇਨਟੇਕ ਕਿਸ ਤਰ੍ਹਾਂ ਦਾ ਰਿਹਾ? ਸਰ ਇੰਨੀ ਜੇ ਅਸੀਂ ਗੱਲ ਕਰੀਏ ਕਿ ਸਪਟੈਂਬਰ ਇਨਟੇਕ ਦਾ ਸਕਸੈਸ ਰੇਟ ਰਿਹਾ 85 to 90% ਦੇ ਵਿੱਚ 80% to 90%। 85 to 90%। ਹੈਰੀ ਤੁਹਾਡਾ ਅਸੀਂ ਜਵਾਬ ਸਮਝ ਨਹੀਂ ਪਾਏ ਕਿ ਤੁਸੀਂ ਕੀ ਕਹਿ ਰਹੇ ਹੋ ਕਿ 53 ਪੀਟੀ ਔਰ 7 ਬੈਂਡ ਤੇ, ਮੈਨੂੰ ਸਮਝ ਨਹੀਂ ਆਇਆ। 57 ਪੀਟੀ ਤੇ 57, ਜੇ ਤੁਸੀਂ ਮੇਰਾ ਵੀਡੀਓ ਦੇਖਿਆ ਕਿ 57 ਪੀਟੀ ਤੇ ਵੀ ਵੀਜ਼ਾ ਆਇਆ ਸਾਡੇ ਕੋਲ ਪਰਸੋਂ, ਔਰ ਮੈਨੂੰ ਸਟੂਡੈਂਟ ਮਿਲਿਆ 7 ਬੈਂਡ ਦੇ ਨੂੰ ਰਿਜੈਕਸ਼ਨ ਆਈ ਹੈ। ਸੋ ਇਟ ਡਿਪੈਂਡ ਇਸ ਚੀਜ਼ ਤੇ ਕਲੈਰਿਟੀ ਇਹ ਦੇਣਾ ਚਾਹਾਂਗਾ ਕਿ ਜਦੋਂ ਜੇ ਤੁਹਾਡੇ 7 ਬੈਂਡ ਵੀ ਹੈਗੇ ਆ ਔਰ ਜੇ ਫਾਈਲ ਸਹੀ ਨਹੀਂ ਲੱਗੀ ਤਾਂ ਉੱਤੇ ਵੀ ਰਿਫਿਊਜ਼ਲ ਆ ਸਕਦੀ ਹੈ, ਔਰ ਜੇ ਪੀਟੀ ਜੇ 57 ਹੈ ਔਰ ਫਾਈਲ ਸਹੀ ਲੱਗੀ ਹੈ ਤਾਂ ਵੀ ਵੀਜ਼ਾ ਆ ਸਕਦਾ। ਸੋ ਇਸ ਚੀਜ਼ ਦੀ ਕਲੈਰਿਟੀ ਇੱਥੇ ਹੈ। ਬਿਲਕੁਲ ਸਹੀ ਗੱਲ ਹੈ ਸਰ। ਕਈ ਸਟੂਡੈਂਟਸ ਨੇ ਉਹਨਾਂ ਨੂੰ 53 ਤੇ ਵੀਜ਼ਾ ਆ ਜਾਂਦਾ ਹੈ ਤੇ 7 ਬੈਂਡ ਤੇ ਰਿਜੈਕਸ਼ਨ। ਨਹੀਂ ਸਰ, 55 ਐਂਡ ਅਬਵ ਤੇ ਹੀ ਆ ਰਿਹਾ ਵੀਜ਼ਾ, 53 ਤੇ ਤਾਂ ਨਹੀਂ, 55 ਐਂਡ ਅਬਵ ਤੇ ਵੀਜ਼ਾ ਆ ਰਿਹਾ। ਬਟ ਪਰਸੋਂ ਤੋਂ ਮੈਨੂੰ ਲੱਗਦਾ ਕਿ 60 ਵਾਲੇ ਬੱਚੇ ਬਹੁਤ ਹੋ ਜਾਣਗੇ 10 ਅਗਸਤ ਤੋਂ, ਤਾਂ ਥੋੜਾ ਜਿਹਾ ਦਿੱਕਤ ਆ ਸਕਦੀ ਹੈ ਜਿਹੜੇ ਇਹ ਵਾਲੇ ਬੱਚੇ ਹੈਗੇ ਆ ਲੋਅਰ ਵਾਲੇ ਬੱਚੇ। ਇਹਦਾ ਮਤਲਬ ਹੈ ਹੁਣ ਜਿਹੜੇ ਅੱਜ ਕੱਲ ਇਹ ਸਟੂਡੈਂਟਸ ਮੰਨਦੇ ਸੀ ਕਿ ਪੀਟੀ ਕੰਪੈਰੀਟਿਵਲੀ ਆਸਾਨ ਹੈ, ਘੱਟ ਸਕੋਰ ਤੇ ਵੀਜ਼ਾ ਆ ਜਾਂਦਾ ਹੈ, ਇਹਦਾ ਮਤਲਬ ਹੈ ਪੀਟੀ ਲਈ ਵੀ ਸਾਰੇ ਸਟੂਡੈਂਟ ਘੱਟੋ ਘੱਟ 60 ਦਾ ਟਾਰਗੇਟ ਤਾਂ ਰੱਖਣ। ਪ੍ਰੈਫਰੇਬਲੀ ਸਰ, ਪ੍ਰੈਫਰੇਬਲੀ। ਕਾਸਕੋ ਕ੍ਰਿਕਟ ਪੰਜਾਬ ਐਂਡ ਹਰਿਆਣਾ। ਬਿਲਕੁਲ ਬਿਲਕੁਲ ਤੁਸੀਂ ਐਲੀਜੀਬਲ ਹੋ, ਤੁਸੀਂ ਐਲੀਜੀਬਲ ਹੋ। ਦੇਖੋ 59 ਇਜ਼ ਅ ਵੈਰੀ ਵੈਰੀ ਗੁੱਡ ਸਕੋਰ, ਸੋ ਤੁਸੀਂ ਐਲੀਜੀਬਲ ਹੋ। ਸੋ ਦੇਖੋ ਐਸਡੀਐਸ ਹੁੰਦਾ ਨਹੀਂ ਹੁੰਦਾ, ਅੰਸ਼ ਚੋਪੜਾ ਪਰਸੋਂ ਤੋਂ ਕਲੈਰਿਟੀ ਆਣੀ ਹੈ। ਸੋ 10 ਅਗਸਤ ਤੋਂ ਹੀ ਕਲੈਰਿਟੀ ਆਣੀ ਹੈ। ਬਟ ਜਿਹੜੀ ਟੈਸਟਿੰਗ ਅਥਾਰਟੀ ਹੈ ਉਹਨੇ ਕਿਹਾ ਕਿ ਐਸਡੀਐਸ ਹੋ ਜਾਏਗਾ। that is why students are applying and definitely colleges ਨੇ ਵੀ ਆਪਣੇ ਥੋੜੇ ਜਿਹੇ ਰੂਲਸ ਚੇਂਜ ਕੀਤੇ ਆ। ਜਿਹੜੇ ਕਾਲਜ 1 ਚ 5.5 ਬੈਂਡ ਨਹੀਂ ਲੈਂਦੇ ਸੀ ਉਹਨਾਂ ਨੇ ਵੀ ਲੈਣਾ ਸ਼ੁਰੂ ਕੀਤਾ 1 ਚ 5.5 ਬੈਂਡ। ਸੋ ਕਲੈਰਿਟੀ ਪੂਰੀ ਆਉਣੀ ਬਾਕੀ ਹੈ, ਪੂਰੀ ਕਲੈਰਿਟੀ ਆਉਣੀ ਬਾਕੀ ਹੈ। ਕਲੈਰਿਟੀ ਦੇ ਇੰਤਜ਼ਾਰ ਦੇ ਵਿੱਚ ਹੀ ਅਸੀਂ ਸਾਰੇ ਲਗਾਤਾਰ ਖੋਜ ਪੜਤਾਲ ਕਰ ਰਹੇ ਹਾਂ। ਪਰ ਜਸਮੀਤ ਜੀ ਜਦੋਂ ਕਾਲਜਸ ਵਾਲੇ 5.5 ਤੇ ਅਸੈਪਟ ਕਰਨ ਲੱਗ ਗਏ, ਇਹਦਾ ਮਤਲਬ ਹੋ ਸਕਦਾ ਹੈ ਕਿ ਕਾਲਜਸ ਨੂੰ ਉੱਥੋਂ ਦੀ ਅਥਾਰਟੀਜ਼ ਨੇ
ਅਪਡੇਟ ਕੀਤਾ ਹੋਵੇ। ਪਰ ਅਗਰ ਪੋਸੀਬਿਲਿਟੀਜ਼ ਅਥਾਰਟੀਜ਼ ਪਰ ਅਗਰ ਅਥਾਰਟੀਜ਼ ਪੋਸੀਬਿਲਿਟੀ ਕਾਲਜਸ ਨੂੰ ਅਪਡੇਟ ਕਰਨਗੀਆਂ ਤੇ ਉਹ ਫਿਰ ਸਟੂਡੈਂਟਸ ਸਾਨੂੰ ਨੂੰ ਵੀ ਅਪਡੇਟ ਅਪਡੇਟ। ਕਰਦੇ ਜੀ, ਹਾਂ, ਫਿਰ ਸਾਨੂੰ ਵੀ ਅਪਡੇਟ ਕਰਦੇ ਜੀ, ਹਾਂਜੀ। ਇਹ ਬੜਾ ਮਿਸਟੀਰੀਅਸ ਜਿਹਾ এনवायरमेंट ਬਣਿਆ ਸਰ। ਥੋੜੀ ਜੀ ਕਨਫਿਊਜ਼ਨ ਤਾਂ ਬਣੀ ਹੋਈ ਹੈ ਸਰ। ਪੀਟੀ ਤੇ ਮੈਨੂੰ ਤੇ ਕੋਈ ਕਨਫਿਊਜ਼ਨ ਨਹੀਂ ਹੈਗੀ, ਪੀਟੀ ਵੈਸੇ ਓਵਰਆਲ ਰੱਬ ਨਾ ਕਰੇ ਅਗਰ ਉਹਨਾਂ ਨੇ 10 ਅਗਸਤ ਨੂੰ ਕਹਿਤਾ ਕਿ ਅਸੀਂ 5.5 ਨੂੰ ਐਸਡੀਐਸ ਨਹੀਂ ਲੈ ਰਹੇ, ਤੇ ਫਿਰ ਜਿਹੜੀਆਂ ਫਾਈਲਾਂ ਤਿਆਰ ਹੋਈਆਂ 10 ਅਗਸਤ ਤੋਂ ਬਾਅਦ ਲੱਗਣ ਨੂੰ, ਫਿਰ ਉਹਨਾਂ ਦਾ ਕੀ ਬਣੇਗਾ ਸਰ? ਚਲੋ ਨਾਨ ਐਸਡੀਐਸ ਚ ਲੱਗਣਗੀਆਂ, ਗਵਰਨਮੈਂਟ ਕਾਲਜ ਹੀ ਲੱਗ ਰਹੀਆਂ। ਗਵਰਨਮੈਂਟ ਕਾਲਜ, ਅੱਛਾ ਪੀਟੀ ਜੀ। 58 57 ਤੇ ਵੀ ਤਾਂ ਵੀਜ਼ਾ ਆ ਹੀ ਰਹੇ ਆ, ਸੋ ਉਹਨਾਂ ਨੂੰ ਵੀ ਵੀਜ਼ਾ ਮਿਲ ਸਕਦਾ। ਓਕੇ, ਇਹਦਾ ਮਤਲਬ ਹੈ ਸਟੂਡੈਂਟਸ ਨੂੰ ਕੋਈ ਖਤਰਾ ਨਹੀਂ, ਅਗਰ ਫਾਈਲਸ ਨਹੀਂ ਤਿਆਰ ਹੋ ਗਈਆਂ ਤੇ ਫਿਰ ਉਹ ਨਾਨ ਐਸਡੀਐਸ ਲੱਗ ਜਾਣਗੀਆਂ। ਬਿਲਕੁਲ ਬਿਲਕੁਲ। ਓਕੇ, ਸੋ ਮੂਲ ਸਵਾਲ ਇਹ ਬਟ ਹੈ। ਹੋਪਫੁਲ ਹੈ, ਮੈਂ ਬਹੁਤ ਹੋਪਫੁਲ ਹਾਂ ਕਿ ਐਸਡੀਐਸ ਕੈਟਾਗਰੀ ਚ ਆਣਗੀਆਂ ਉਹ ਫਾਈਲਾਂ। ਆਈ ਐਮ ਵੈਰੀ ਹੋਪਫੁਲ। ਜੇ ਟੈਸਟਿੰਗ ਅਥਾਰਟੀ ਅਨਾਉਂਸ ਕਰ ਸਕਦੀ ਹੈ ਔਰ ਆਈਆਰਸੀਸੀ ਦਾ ਨਾਮ ਲੈ ਕੇ ਅਨਾਉਂਸ ਕਰ ਸਕਦੀ ਹੈ, ਤਾਂ ਆਈ ਐਮ ਜੀ ਵੈਰੀ ਹੋਪਫੁਲ ਕਿ ਫਾਈਲਾਂ ਜਿਹੜੀਆਂ ਹੈਗੀਆਂ ਉਹ ਐਸਡੀਐਸ ਚ ਆਣਗੀਆਂ, ਬਿਕੋਜ਼ ਏਡੀ ਵੱਡੀ ਅਥਾਰਟੀ ਇਦਾਂ ਨਹੀਂ ਅਨਾਉਂਸ ਕਰਨੀ ਚਾਹੀਦੀ। ਬਟ ਬਿਲਕੁਲ ਠੀਕ ਹੈ। ਅਗਰ ਟੈਸਟਿੰਗ ਅਥਾਰਟੀ ਅਨਾਉਂਸ ਕਰ ਰਹੀ ਹੈ, ਇਟ ਮੀਨਸ ਕਿ ਗਵਰਨਮੈਂਟ ਦੀ ਅਪਰੂਵਲ ਤੋਂ ਬਾਅਦ ਜਾਂ ਗਵਰਨਮੈਂਟ ਦੀ ਰਿਕਮੈਂਡੇਸ਼ਨ ਤੋਂ ਬਾਅਦ ਹੀ ਟੈਸਟਿੰਗ ਅਥਾਰਟੀ ਅਨਾਉਂਸ ਕਰ ਰਹੀ ਹੋਏਗੀ। ਬਿਲਕੁਲ ਠੀਕ ਹੈ। ਸੋ ਇਹ ਬੜੇ ਇੰਟਰਸਟਿੰਗ ਦੌਰ ਦੇ ਵਿੱਚ ਕੈਨੇਡਾ ਦੀ ਐਜੂਕੇਸ਼ਨ ਹੈ ਇਸ ਵਕਤ, ਔਰ ਸਾਡੇ ਸਟੂਡੈਂਟ ਸਾਰੇ ਬੜੇ ਹੋਪਫੁਲ ਹੈ ਜਿਹੜੇ 5.5 ਦੇ ਨਾਲ ਫਾਈਲ ਲਗਾਉਣਾ ਚਾਹੁੰਦੇ ਨੇ, ਇੱਕ ਚੋਂ 5.5 ਦੇ ਨਾਲ ਜਿਹੜੇ ਫਾਈਲ ਲਗਾਉਣਾ ਚਾਹੁੰਦੇ ਨੇ। ਸੋ ਉਮੀਦ ਕਰਦੇ ਹਾਂ ਕਿ 10 ਅਗਸਤ ਨੂੰ ਜਦੋਂ ਪੋਰਟਲ ਚੇਂਜ ਹੋਣੀ ਹੈ ਤੇ ਸਾਰੇ ਸਾਡੇ ਸਟੂਡੈਂਟ ਜਿਹੜੇ 5.5 ਵਾਲੇ ਐਸਡੀਐਸ ਆ ਜਾਣ। ਮੈਂ ਤਾਂ ਚਾਹੂੰਗਾ 2 ਚੋਂ 5.5 ਵਾਲਿਆਂ ਨੂੰ ਵੀ ਐਸਡੀਐਸ ਦੇ ਵਿੱਚ ਕੈਨੇਡਾ ਐਂਟਰੀ ਦੇਵੇ, ਔਰ ਉਮੀਦ ਇਹ ਕਰ ਸਕਦੇ ਹਾਂ ਕਿਉਂਕਿ ਕੈਨੇਡਾ ਕੋਲੇ ਨੰਬਰ ਆਫ ਸਟੂਡੈਂਟਸ ਘਟੇ ਨੇ ਪਿਛਲੇ ਸਮੇਂ ਦੇ ਵਿੱਚ। ਸੋ ਕੋਸ਼ਿਸ਼ ਕੈਨੇਡਾ ਦੀ ਵੀ ਇਹ ਹੈ ਕਿ ਵੱਧ ਤੋਂ ਵੱਧ ਸਾਡੇ ਸਟੂਡੈਂਟ ਨੇ ਜਿਹੜੇ ਉਹ ਸਾਡੀ ਕੰਟਰੀ 'ਚ ਅਪਲਾਈ ਕਰਨ। ਰਜਿੰਦਰ ਕੁਮਾਰੀ ਪੁੱਛ ਰਹੇ ਨੇ ਸਰ, ਬੀਟੈਕ ਆਈਟੀ 'ਚ ਕੀਤੀ ਹੈ, ਟਿਮਿੰਸ 'ਚ ਕੋਈ ਪੋਸੀਬਿਲਿਟੀ? ਇਹਨਾਂ ਦਾ ਪੁਰਾਣਾ ਸਵਾਲ ਵੀ ਪੜ੍ਹਾ ਦਾਂ ਜੀ। ਹਾਂਜੀ ਹਾਂਜੀ, ਇਹਨਾਂ ਕੋਲ ਪਰਸਨਲ ਸਪੋਰਟ ਵਰਕਰ ਔਰ ਇਹ ਮੰਗ ਰਹੇ ਸੀ। ਸੋ ਮੈਨੂੰ ਇੱਕ ਵਾਰੀ ਤੁਸੀਂ ਆਪਣਾ ਭੇਜ ਦਿਓ, ਬਿਕੋਜ਼ ਪਰ ਆਲ ਦ ਪ੍ਰੋਗਰਾਮਸ ਆਰ ਕਲੋਜ਼ਡ। ਰਜਿੰਦਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ। ਪਰਸੋਂ ਤੱਕ ਇਨਫੋਰਮੇਸ਼ਨ ਸਿਸਟਮ ਬਿਜ਼ਨਸ ਐਨਾਲਿਸਿਸ ਵਾਸ ਓਪਨ, ਸੋ ਤੁਸੀਂ ਥੋੜਾ ਜਿਹਾ ਲੇਟ ਹੋ ਡਿਸੀਜਨ ਮੇਕਿੰਗ 'ਚ। ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜਾ ਵੀ ਕੋਰਸ ਮਿਲ ਰਿਹਾ ਹੈ, ਯੂ ਹੈਵ ਟੂ ਗੋ ਟੇਕ ਇਟ, ਅਦਰਵਾਈਜ਼ ਯੂ ਨਾਟ ਬੀ ਏਬਲ ਟੂ ਟਰੈਵਲ ਟੂ ਕੈਨੇਡਾ। ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤੁਹਾਨੂੰ ਉਹੀ ਕੋਰਸ ਲੈਣਾ ਪਏਗਾ, ਐਂਡ ਤੁਸੀਂ ਫਿਰ ਉੱਥੇ ਪਹੁੰਚ ਕੇ ਕਾਲਜ ਨਾਲ ਗੱਲ ਕਰ ਸਕਦੇ ਹੋ ਇਫ ਦੇ ਕੈਨ ਗਿਵ ਯੂ ਇਨਫੋਰਮੇਸ਼ਨ ਸਿਸਟਮ ਬਿਜ਼ਨਸ ਐਨਾਲਿਸਿਸ ਦਾ ਕੋਰਸ। ਸੋ ਦੈਟ ਇਜ਼ ਮਾਈ ਐਡਵਾਈਸ ਟੂ ਯੂ। ਐਂਡ ਬਿਲਕੁਲ, ਤੁਸੀਂ WhatsApp ਵੀ ਭੇਜੋ, ਤੁਸੀਂ ਹਾਂਜੀ, WhatsApp ਵੀ ਭੇਜੋ। ਮੈਨੂੰ ਮੈਸੇਜ ਕਰੋ। there is only one course which is open, which is personal support worker right now. ਰਿਫਿਊਜ਼ਲ 'ਚ ਰੀਜ਼ਨ ਲੋ ਲੈਂਗੁਏਜ ਅਬਿਲਿਟੀ, ਮਤਲਬ ਕੀ ਹੈ? ਮਤਲਬ ਆਇਲਸ ਇੰਪਰੂਵ ਕਰੋ ਬੇਟਾ। 53 ਹੈ ਨਾ ਇਹਨਾਂ ਦੇ, ਹੈਰੀ ਦੇ 53 ਹੈ ਪੀਟੀ ਤੇ, which is low. ਬਹੁਤ ਜ਼ਿਆਦਾ ਲੋ ਹੈ ਬੇਟਾ 53। ਬਿਲਕੁਲ ਜੀ। ਸੋ ਇਹ ਟਾਈਮ ਹੈ ਜਦੋਂ ਸਾਰੇ ਸਟੂਡੈਂਟ WhatsApp ਵੀ ਕਰ ਸਕਦੇ ਨੇ 9041390412, ਔਰ ਜਿਨ੍ਹਾਂ ਨੇ ਸਪਟੰਬਰ ਇਨਟੇਕ 'ਚ ਅਪਲਾਈ ਕਰਨਾ ਉਹ ਤਾਂ ਲਗਭਗ ਕੰਮ ਖਤਮ ਹੈ। ਮੈਨੂੰ ਲੱਗਦਾ ਹੁਣ ਤਾਂ ਜਨਵਰੀ ਇਨਟੇਕ ਵੀ ਕਾਫੀ ਤੇਜ਼ੀ ਦੇ ਨਾਲ ਭਰ ਰਿਹਾ ਹੈ ਤੇ ਮਈ ਇਨਟੇਕ ਵੀ ਖੁੱਲ ਗਿਆ। ਜ਼ਰਾ ਜਨਵਰੀ ਔਰ ਮਈ ਇਨਟੇਕ ਦੀਆਂ ਸੰਭਾਵਨਾਵਾਂ ਵੀ ਅਖੀਰ 'ਚ ਦੱਸ ਦਿਓ ਜਸਮੀਤ ਜੀ। May is open now in many other colleges, and some colleges ਨੇ ਕੀ ਕਹਿੰਦੇ ਆ ਮਈ close ਵੀ ਕਰਤਾ ਹੈ। January also very limited seats are open right now. So students, ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਜੇ ਤੁਸੀਂ ਜਨਵਰੀ 'ਚ ਜਾਣਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਅਪਲਾਈ ਕਰ ਦਿਓ, ਬਿਕੋਜ਼ ਜਨਵਰੀ ਇਨਟੇਕ ਵਿਲ ਕਲੋਜ਼ ਇਨ ਆਲ ਦ ਕਾਲਜਸ। ਸੈਕੰਡਲੀ, ਮਈ 'ਚ ਵੀ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਰਾਈਟ ਨਾਓ ਯੂ ਕੈਨ ਗੋ ਹੈਡ, ਬਿਕੋਜ਼ ਮਈ ਦਾ ਵੀ ਜਿਹੜਾ ਵੀਜ਼ਾ ਹੈਗਾ ਉਹ ਬਹੁਤ ਜਲਦੀ ਆ ਜਾਣਾ ਹੈ। ਤਾਂ ਕੀ ਕਹਿੰਦੇ ਆ, ਮਈ ਦੇ ਵੀਜ਼ਾਸ ਵੀ ਤੁਸੀਂ ਜਲਦ ਤੋਂ ਜਲਦ ਅਪਲਾਈ ਕਰ ਸਕਦੇ ਹੋ ਇਸ ਟਾਈਮ 'ਤੇ ਹੀ। ਪ੍ਰੋਸੈਸ ਸੇਮ ਰਹੇਗਾ, ਕੋਈ ਕਨਫਿਊਜ਼ਨ ਨਾ ਰੱਖੋ। ਜਿਵੇਂ ਜਨਵਰੀ ਦੀ ਫਾਈਲ ਚੱਲੇਗੀ ਉਵੇਂ ਹੀ ਮਈ ਦੀ ਫਾਈਲ ਚੱਲੇਗੀ। ਸੋ
ਇਹ ਨਾ ਸੋਚੋ ਕਿ ਮਈ ਦੀ ਫਾਈਲ ਜਦੋਂ ਮੈਂ ਲਾਵਾਂਗਾ ਤਾਂ ਮੇਰਾ ਗੈਪ ਵੱਧ ਜਾਏਗਾ, ਕੋਈ ਗੈਪ ਨਹੀਂ ਵਧੇਗਾ। ਬਿਲਕੁਲ ਜੀ, ਕੋਈ ਗੈਪ ਵਧਣ ਦਾ ਖਤਰਾ ਨਹੀਂ ਹੈ। ਸੋ ਜਸਮੀਤ ਜੀ ਦੀ ਅਪੀਲ ਦੇ ਹਿਸਾਬ ਨਾਲ ਤੁਸੀਂ ਪ੍ਰੋਸੀਡ ਕਰੋ। ਸੋ ਬਹੁਤ ਹੀ ਇੰਪੋਰਟੈਂਟ ਡਿਸਕਸ਼ਨ ਸਾਡੀ, ਮੇਰੀ ਔਰ ਜਸਮੀਤ ਜੀ ਦੀ ਇਹਨਾਂ ਸਾਰੇ ਟੌਪਿਕਸ ਦੇ ਉੱਤੇ ਅਕਸਰ ਹੁੰਦੀ ਹੈ, ਔਰ ਹਰ ਰੋਜ਼ ਅਸੀਂ ਸਟੂਡੈਂਟਸ ਨੂੰ ਲਾਈਵ ਹੋ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਾਂ, ਔਰ ਇਹ ਸ਼ੋਅ ਬਹੁਤ ਐਪਰੀਸ਼ੀਏਟ ਕਰਦੇ ਨੇ ਸਟੂਡੈਂਟ। ਤੁਸੀਂ ਕਿਸੇ ਵੀ ਸਮੇਂ ਆਫਿਸ ਟਾਈਮ ਦੇ ਵਿੱਚ 90413 90412 ਦੇ ਉੱਤੇ ਲਾਈਵ ਕਾਲ ਕਰ ਸਕਦੇ ਹੋ, ਤੁਸੀਂ WhatsApp ਕਰ ਸਕਦੇ ਹੋ ਇਸ ਨੰਬਰ ਤੇ। ਇਹ ਨੰਬਰ ਜਸਮੀਤ ਜੀ ਕੋਲ ਹੁੰਦਾ, ਤੁਸੀਂ ਜਦੋਂ ਵੀ WhatsApp ਕਰੋਗੇ ਤੇ ਤੁਹਾਡੀ ਕਾਲ ਸਿੱਧੀ ਜਸਮੀਤ ਜੀ ਕੋਲੇ ਡ੍ਰੌਪ ਹੋਏਗੀ, ਔਰ ਤੁਹਾਡਾ ਸਵਾਲ ਵੀ ਜਸਮੀਤ ਜੀ ਕੋਲੇ ਡ੍ਰੌਪ ਹੋਏਗਾ, ਔਰ ਇਹਦੇ ਜ਼ਰੀਏ ਤੁਸੀਂ ਜਸਮੀਤ ਜੀ ਤੋਂ ਆਪਣਾ ਸਵਾਲ ਵੀ ਪੁੱਛ ਸਕਦੇ ਹੋ। ਔਰ ਅਖੀਰ 'ਚ ਮੈਂ 2-3 ਮਿੰਟ ਤੁਹਾਡੇ ਜਸਮੀਤ ਜੀ ਜਰਮਨੀ ਬਾਰੇ ਲੈ ਲਵਾਂ। ਸੋ ਜਰਮਨੀ ਦੇ ਉੱਤੇ ਇੱਕ ਬਹੁਤ ਵੱਡਾ ਅਪਡੇਟ ਹੈ। ਪਤਾ ਲੱਗਿਆ ਹੈ ਕਿ ਜਰਮਨੀ ਦੇ ਜਿਹੜੇ ਹਾਈ ਕਮਿਸ਼ਨ ਨੇ ਉਹਨਾਂ ਨੇ ਇੱਕ ਸੈਮੀਨਾਰ ਵੀ ਕੀਤਾ ਹੈ, ਔਰ ਜਰਮਨੀ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਇੰਡੀਅਨ ਸਟੂਡੈਂਟਸ ਲਈ ਬਹੁਤ ਵੱਡੇ ਪੱਧਰ ਤੇ ਦਰਵਾਜ਼ੇ ਖੁੱਲ ਰਹੇ ਨੇ। ਜਰਮਨੀ ਬਾਰੇ ਜਸਮੀਤ ਜੀ ਮੈਨੂੰ ਬਰੀਫ ਕਰੋਗੇ, ਜਰਮਨੀ 'ਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਨੇ, ਸਾਡੇ ਕਿੰਨੇ ਸਟੂਡੈਂਟ ਜਾਂਦੇ ਨੇ, ਕਿੰਨਾ ਸਟੂਡੈਂਟਸ ਲਈ ਹੁਣ ਜਰਮਨੀ 'ਚ ਜਾਣ ਦਾ ਮੌਕਾ ਹੈ, ਕਿਹੜੇ ਕਿਹੜੇ ਇਨਟੇਕਸ ਨੇ, ਕਿੰਨੇ ਸਟੂਡੈਂਟ ਸਾਡੇ ਜਰਮਨੀ ਅਬਜ਼ਰਵ ਕਰੇਗਾ? See, right now, see, I'll tell you कि जर्मनी का भी ਜਿਹੜਾ ਪ੍ਰੋਸੈਸ ਹੈ ਉਹ really smooth ਹੈ, and that's not ਕਿ ਉਹਦੇ 'ਚ ਵੀ ਕੋਈ old funds ਦਿਖਾਉਣ ਦੀ ਲੋੜ ਨਹੀਂ ਪੈਂਦੀ। And secondly, even for master courses you can apply with 5.5 bands। ਆਉਣ ਵਾਲੇ 5 ਸਾਲਾਂ 'ਚ ਜਰਮਨੀ ਦੀ ਪ੍ਰੈਡਿਕਸ਼ਨ ਹੈ ਕਿ 4 ਤੋਂ 5 ਲੱਖ ਬੰਦਾ ਉਹਨਾਂ ਦਾ ओल्ड एज हो चुका है, एंड 4 to 5 lakhs people are going to retire। सो मेरी सारिਆਂ ਨੂੰ advice है कि देखो Germany is also a very good destination and there will be ample jobs in next 5 years, and Germany is also affordable, not that expensive, fees is between 9 to 11 lakhs, and process is also quite simple, and they are very attractive masters courses if you are a graduate। ਐਂਡ ਜਿਹੜੇ ਵੀ ਬੱਚੇ ਜਿਨ੍ਹਾਂ ਦੇ 2 ਚੋਂ 5.5 ਬੈਂਡ ਹੈ ਉਹਨਾਂ ਨੂੰ ਮੇਰੀ ਇਹੀ ਐਡਵਾਈਸ ਹੈ ਕਿ ਦੇ ਕੈਨ ਅਪਲਾਈ ਟੂ ਜਰਮਨੀ। ਐਂਡ ਸੈਕੰਡਲੀ ਇਟ ਇਜ਼ ਵਨ ਐਡਵਾਈਸ ਮੋਰ, ਪੀਟੀ ਤੇ ਬੱਚੇ ਨਹੀਂ ਅਪਲਾਈ ਕਰ ਸਕਦੇ, ਬਟ ਓਵਰਆਲ 5.5 ਬੈਂਡ ਤੇ ਬੱਚੇ ਜਰਮਨੀ ਲਈ ਅਪਲਾਈ ਕਰ ਸਕਦੇ ਆ। ਸੋ ਲੈਂਡਮਾਰਕ ਇਮੀਗ੍ਰੇਸ਼ਨ ਜਰਮਨੀ ਦੇ ਕਾਫੀ ਸਾਰੇ ਸਟੂਡੈਂਟਸ ਨੂੰ ਹਰ ਸਾਲ ਜਰਮਨੀ ਭੇਜਦੀ ਹੈ, ਐਂਡ ਜੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈਗੀ ਹੈ ਤੁਸੀਂ ਸਾਡੇ ਨੀਅਰੈਸਟ ਆਫਿਸ ਵਿਜ਼ਿਟ ਕਰਕੇ ਆਪਣੀ ਕਨਫਿਊਜ਼ਨ ਦੂਰ ਕਰ ਸਕਦੇ ਹੋ। ਬਿਲਕੁਲ ਠੀਕ ਹੈ ਜੀ, ਥੈਂਕ ਯੂ ਸੋ ਮਚ ਸਾਰੇ ਸਟੂਡੈਂਟਸ ਦਾ। ਸੋ ਜਰਮਨੀ ਲਈ ਵੀ ਤੁਸੀਂ 90413 90412 ਤੇ ਗੱਲ ਕਰ ਸਕਦੇ ਹੋ, ਪਰ ਜਸਮੀਤ ਜੀ ਕਾਫੀ ਵੱਡੀ ਗਿਣਤੀ 'ਚ ਸਟੂਡੈਂਟਸ ਗਾਈਡ ਕਰਕੇ ਜਰਮਨੀ ਦੇ ਲਈ ਵੀ ਐਜੂਕੇਸ਼ਨ ਦੇ ਲਈ ਉਹਨਾਂ ਨੂੰ ਸੁਜੈਸ਼ਨਸ ਦੇ ਕੇ ਉਹਨਾਂ ਦੇ ਵੀਜ਼ੇ ਅਪਰੂਵ ਕਰਾਉਣ ਦੇ ਵਿੱਚ ਮਦਦ ਕਰ ਚੁੱਕੇ ਨੇ। ਸੋ 900413 900412 ਕੱਲ ਫਿਰ ਇਸੇ ਟਾਈਮ ਇੱਕ ਵਾਰ ਫਿਰ ਲਾਈਵ ਸ਼ੋਅ ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ। ਥੈਂਕ ਯੂ ਸੋ ਮਚ ਜਸਮੀਤ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸਰ।